ਐਨਆਰਆਈਜ਼ ਨੂੰ ਕਾਫੀ ਦਿੱਕਤਾਂ ਕਾਫੀ ਸਮੇਂ ਤੋਂ ਆ ਰਹੀਆਂ ਨੇ। ਜਿਹੜੀ ਅੱਜ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਕੋਈ ਹੱਲ ਜ਼ਰੂਰ ਨਿਕਲ ਸਕਦਾ ਆ ਕਿ ਐਨਆਰਆਈਜ਼ ਜਿਹੜੇ ਇੱਥੇ ਆਉਂਦੇ ਨੇ ਕੁੜੀਆਂ ਦੇ ਨਾਲ ਵਿਆਹ ਵਗੈਰਾ ਕਰਾ ਲੈਂਦੇ ਨੇ ਫਿਰ ਬਾਅਦ ਵਿੱਚ ਚਲੇ ਜਾਂਦੇ ਨੇ, ਇਸ ਮੁੱਦੇ ਤੇ ਤੁਸੀਂ ਕੀ ਕਹੋਗੇ? So there have to be some precautionary measures put in place. ਇਹ ਸਰਕਾਰ ਨੂੰ ਬਣਾਉਣਾ ਚਾਹੀਦਾ ਕੋਈ ਪ੍ਰੋਸੀਜਰ ਵੀ ਕੋਈ ਕਿਸੇ ਨੂੰ ਧੋਖਾ ਨਾ ਹੋਵੇ। ਸਤਿ ਸ਼੍ਰੀ ਅਕਾਲ, ਮੈਂ ਹਰਪ੍ਰੀਤ ਕੌਰ ਦਾ ਸਟੋਰੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਸ ਦੇ ਵਿੱਚ ਕਿ ਐਨਆਰਆਈਜ਼ ਦੀਆਂ ਜੋ ਪ੍ਰੋਬਲਮਾਂ ਸੀ ਉਹਨਾਂ ਦਾ ਹੱਲ ਕਰਨ ਦੇ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਸੋ ਅੱਜ ਇੱਥੇ ਆਪਾਂ ਗੱਲਬਾਤ ਕਰਦੇ ਹਾਂ ਦਿਲਪ੍ਰੀਤ ਗਿੱਲ ਦੇ ਨਾਲ, ਉਹਨਾਂ ਦਾ ਕੀ ਕਹਿਣਾ ਇਸ ਪੂਰੇ ਮਾਮਲੇ ਨੂੰ ਲੈ ਕੇ। ਜਿਹੜੀ ਇਹ ਮੀਟਿੰਗ ਰੱਖੀ ਗਈ ਸੀ, ਇਹ ਮੀਟਿੰਗ ਦਾ ਮੇਨ ਮਕਸਦ ਕੀ ਸੀ ਰੱਖਣ ਦਾ? ਜਿਹੜਾ ਪ੍ਰੈਸ ਕਾਨਫਰੰਸ ਹੋਲਡ ਕੀਤੀ ਅਸੀਂ, ਅੱਛਾ ਇਹਦਾ ਮਕਸਦ ਸੀਗਾ ਆਮ ਬੇਸਿਕਲੀ ਐਨ ਐਨਆਰਆਈ ਯੂਕੇ ਨੈਸ਼ਨਲ ਐਂਡ ਓਸੀਆਈ ਕਾਰਡ ਹੋਲਡਰ। ਸਾਡੇ ਕੋਲੇ ਐਨਸੈਸਟਰਲ ਪ੍ਰਾਪਰਟੀ ਹੈਗੀ ਲੁਧਿਆਣੇ 'ਚ। ਹੁਣ ਕੀ ਹੋਇਆ ਉਹਦੇ ਵਿੱਚ, I'll just give you a bit of background because I like to give a clear picture. So ਮੈਂ ਕਾਰਪੋਰੇਸ਼ਨ ਦੇ ਵਿੱਚ ਕੋਈ ਮੈਨੂੰ ਆਵਾਜ਼ ਆਈ ਸੀਗੀ that they think it's a park. ਮੈਂ ਖੁਦ ਉਹਨੂੰ ਕੇਸ ਕਰਕੇ I won that case. And I got another judgment against them. ਵੀ ਉਹਨੇ arbitrarily action ਉਹ ਕਰ ਰਹੇ ਸੀਗੇ ਇੱਕ ਦੋ, so I took them to court on that. ਉਹਦਾ judgment ਪਹਿਲਾ ਹੈਗਾ ਵੀ ਉਹਨਾਂ ਦਾ ਕੋਈ ਰਾਈਟ ਨਹੀਂ ਪ੍ਰੋਪਰਟੀ 'ਚ। ਸੈਕੰਡ ਹੈਗਾ ਵੀ ਜੇ ਕੁਛ ਕਰਨਾ ਵੀ ਆ they have to follow due process. ਮੈਨੂੰ ਮਤਲਬ ਨੋਟਿਸ ਦੇਣ, ਮੈਨੂੰ ਮੌਕਾ ਮਿਲੂਗਾ ਜਵਾਬ ਦੇਣ ਦਾ and so forth. ਇਹ ਹੈਗਾ, ਸੋ ਇਹ ਇਸ ਵੇਲੇ ਸਟੈਂਡ ਕਰਦੀਆਂ ਨੇ। ਸਰ ਜੇ ਇੱਕ ਸੌਰੀ ਤੁਹਾਡੀ ਗੱਲ ਥੋੜ੍ਹੀ ਕੱਟ ਰਹੀ ਹਾਂ ਤੇ ਵਿੱਚ ਜਿਵੇਂ ਹੁਣ ਐਨਆਰਆਈਜ਼ ਨੂੰ ਕਾਫੀ ਦਿੱਕਤਾਂ ਕਾਫੀ ਸਮੇਂ ਤੋਂ ਆ ਰਹੀਆਂ ਨੇ, ਇਹ ਮੁੱਦਾ ਕਾਫੀ ਸਮੇਂ ਤੋਂ ਚੱਲ ਰਿਹਾ, ਜਿਵੇਂ ਇੱਥੇ ਪ੍ਰੋਪਰਟੀ ਨੂੰ ਲੈ ਕੇ ਜਾਂ ਫਿਰ ਕੋਈ ਵੀ ਕਿਸੇ ਨਾਲ ਧੋਖਾਧੜੀ ਹੋ ਰਹੀ ਆ, ਉਸ ਮੁੱਦੇ ਦੇ ਉੱਤੇ ਹੁਣ ਇਹ ਹੱਲ ਜਿਹੜੀ ਅੱਜ ਕਾਨਫਰੰਸ ਕੀਤੀ ਗਈ ਉਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਕੋਈ ਹੱਲ ਜ਼ਰੂਰ ਨਿਕਲ ਸਕਦਾ ਆ? ਅੱਛਾ, ਮੈਂ ਤੁਹਾਨੂੰ ਜਸਟ ਬਰੀਫਲੀ ਆਈ ਵਾਂਟ ਟੂ ਅਪਰੇਜ਼ ਯੂ, ਕਿਉਂਕਿ ਹੁਣ ਕੀ ਹੋਇਆ, ਮੇਰੇ ਮਹੀਨੇ ਤੋਂ LMC ਵਾਲੇ ਚੱਕਰ ਮਾਰੀ ਜਾਂਦੇ ਸੀਗੇ, ਕੋਈ ਰਿਟਨ ਆਰਡਰਸ ਕੋਈ ਨਹੀਂ ਦਿਖਾਉਂਦੇ ਸੀਗੇ ਜਦੋਂ ਪੁੱਛਦੇ ਸੀ। ਮੈਂ ਈਮੇਲਾਂ ਇਹਨਾਂ ਨੂੰ ਪਾਈਆਂ ਨੇ, ਹੁਣ ਇਹ ਪਰਸੋਂ ਆ ਕੇ LMC ਨਾਲ ਮੇਰੇ ਟੈਂਪਰੇਰੀ ਸਟਰਕਚਰਸ ਉਹਦੇ ਵਿੱਚ ਢਾਹ ਗਏ ਅਤੇ ਕੱਲ੍ਹ ਫੇਰ ਆਏ ਨੇ, ਫੇਰ ਢਾਹ ਗਏ। ਹੁਣ ਮੈਂ ਸਿਚੁਏਸ਼ਨ ਮੈਂ ਹਾਈਲਾਈਟ ਇਹ ਕਰਨਾ ਚਾਹੁੰਦਾ ਸੀ, ਇੱਕ ਤਾਂ ਮੇਰਾ ਪਰਸਨਲ ਮਾਮਲਾ ਹੈ ਹੀ ਹੈ ਵਿਚ ਆਈ ਵਿਸ਼ ਟੂ ਪਬਲਿਸਾਈਜ਼, ਪਰ ਮੈਂ ਇਹ ਹੱਦ ਪਬਲਿਸਾਈਜ਼ ਕਰਨੀ ਚਾਹੁੰਦਾ ਵੀ ਅਗੇਂਸਟ ਕੋਰਟ ਆਰਡਰਸ, ਸਟ੍ਰਿਕਟਲੀ ਫॉर ਅਗੇਂਸਟ ਦਿਸ ਵੈਰੀ ਮੈਟਰ, ਵੀ ਆਹ ਪ੍ਰੋਪਰਟੀ ਦੇ ਅਗੇਂਸਟ ਤੁਹਾਡਾ ਕੋਈ ਰਾਈਟ ਨਹੀਂ। ਜੇ ਤੁਸੀਂ ਆਉਣਾ ਤੁਸੀਂ ਪ੍ਰੋਪਰਟੀ, ਇਹ ਦੋਨੋਂ ਹੀ ਚੀਜ਼ਾਂ ਤੋੜ ਕੇ ਉਹ ਆਏ ਨੇ। ਦਿਸ ਇਜ਼ ਕਲੀਅਰ ਕੰਟੈਂਪਟ। ਇਹ ਬੇਹੱਦ ਵੀ ਇਸ ਵੇਲੇ ਹੋ ਰਹੀ ਆ ਪੰਜਾਬ 'ਚ, ਐਂਡ ਦਿਸ ਟੂ ਔਨ ਦੀ ਈਵ ਆਫ ਇਲੈਕਸ਼ਨਸ। ਰਾਈਟ, ਹੁਣ ਤੁਹਾਡਾ ਸਵਾਲ ਸੀਗਾ ਜੀ, ਜਿਵੇਂ ਇੱਕ ਹਾਂਜੀ ਇੱਕ ਸਵਾਲ ਇਹ ਵੀ ਆ ਮੇਰਾ ਨਾਲ ਕਿ ਐਨਆਰਆਈਜ਼ ਜਿਹੜੇ ਇੱਥੇ ਆਉਂਦੇ ਨੇ ਕੁੜੀਆਂ ਦੇ ਨਾਲ ਵਿਆਹ ਵਗੈਰਾ ਕਰਾ ਲੈਂਦੇ ਨੇ ਫਿਰ ਬਾਅਦ ਵਿੱਚ ਚਲੇ ਜਾਂਦੇ ਨੇ, ਇਸ ਮੁੱਦੇ ਤੇ ਤੁਸੀਂ ਕੀ ਕਹੋਗੇ? That's a major NRI issue, not really related to the present one. ਦੋ NRIs ਦੇ main issues ਕੀ ਹੁੰਦੇ ਨੇ, ਇੱਕ ਤਾਂ ਮੈਰਿਜ ਵਾਲਾ ਆ ਜਾਂਦਾ ਤੇ ਦੂਜਾ ਆ ਜਾਂਦਾ ਪ੍ਰੋਪਰਟੀ ਵਾਲਾ, ਰਾਈਟ? ਸੋ ਇਹ PC ਆਪਣਾ ਪ੍ਰੋਪਰਟੀ ਵਾਲੇ 'ਤੇ ਸੀਗਾ, ਬਟ ਸਿੰਸ ਯੂ ਆਸਕਡ ਮੀ ਔਨ ਦਾ ਮੈਰਿਜ ਥਿੰਗ, ਇਹ ਦੋਨੋਂ ਪਾਸਿਓਂ ਹੋ ਜਾਂਦਾ। ਇਟ ਹੈਪਨਸ, ਪਹਿਲਾਂ ਤਾਂ ਹੁੰਦਾ ਸੀ ਮੁੰਡੇ ਵਿਆਹ ਕਰਕੇ ਚਲੇ ਜਾਂਦੇ ਸੀਗੇ, ਹੁਣ ਕੁੜੀਆਂ ਵੀ ਵਿਆਹ ਕਰਨ ਕੇ ਲੱਗ ਪੈਂਦੀਆਂ ਨੇ। ਸੋ ਦੇ ਹੈਵ ਟੂ ਬੀ ਸਮ ਪ੍ਰੀਕਾਸ਼ਨਰੀ ਮੈਜਰਸ ਪੁਟ ਇਨ ਪਲੇਸ। ਇਹ ਸਰਕਾਰ ਨੂੰ ਬਣਾਉਣਾ ਚਾਹੀਦਾ ਕੋਈ ਪ੍ਰੋਸੀਜਰ ਵੀ ਕੋਈ ਕਿਸੇ ਨੂੰ ਧੋਖਾ ਨਾ ਹੋਵੇ। ਓਬਵੀਅਸਲੀ ਦੈਟ ਸ਼ੁੱਡ ਬੀ ਡਨ, ਵੀ ਕੋਈ ਪ੍ਰੋਸੈਸ ਫੋਲੋ ਕੀਤਾ ਜਾਵੇ, ਵੀ ਉਹ ਬਾਹਰ ਚਲੇ ਜਾਂਦੇ ਨੇ, ਉਹ ਫਿਰ ਉਹ ਕੀ ਆ, ਦੇਰ ਆਊਟਸਾਈਡ ਆਫ ਦਾ ਜੂਰਿਸਡਿਕਸ਼ਨ ਆਫ ਇੰਡੀਆ, ਅਤੇ ਉਹਨਾਂ ਨੂੰ ਫੋਲੋ ਅਪ ਕਰਨਾ ਮੁਸ਼ਕਿਲ ਹੋ ਜਾਂਦਾ। ਤਾਂ ਉਹ ਪਹਿਲਾਂ ਕੋਈ ਸੇਫਗਾਰਡਸ ਦੇਣ, ਜੇ ਉਹ ਨਹੀਂ ਦੇਣਗੇ ਫਿਰ ਉਹ ਬੰਦਾ ਪਹਿਲਾਂ ਹੀ ਆਪਣਾ ਔਨ ਗਾਰਡ ਹੋ ਜਾਵੇ ਵੀ ਇਹ ਸੇਫਗਾਰਡਸ ਨਹੀਂ ਹੋ ਰਹੇ, ਵੀ ਮੈਂ ਆਪਣੇ ਖਤਰੇ 'ਚ ਕਰ ਰਿਹਾ, ਇਹੋ ਜਿਹਾ ਕੁਛ ਕੀਤਾ ਜਾਵੇ। ਹਾਂਜੀ, ਅਤੇ ਨਾਲ ਹੀ ਤੇ ਤੁਹਾਨੂੰ ਲੱਗਦਾ ਕਿ ਇੱਕ ਬਰਨਾਲੇ ਤੋਂ ਕੁਝ ਸਮਾਂ ਪਹਿਲਾਂ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਦੌਰਾਨ ਇੱਕ ਕੁੜੀ ਵਿਆਹ ਕਰਾ ਕੇ ਚਲੀ ਗਈ ਸੀ ਬਾਹਰ, ਅਤੇ ਉਸ ਤੋਂ ਬਾਅਦ ਵਿੱਚ ਮੁੰਡੇ ਨੇ ਸੁਸਾਈਡ ਕਰ ਲਿਆ ਸੀਗਾ, ਅਤੇ ਉਸ ਤੋਂ ਬਾਅਦ ਕਾਫੀ ਮਾਮਲੇ ਆਏ ਨੇ ਇਸ ਤਰ੍ਹਾਂ ਦੇ। ਜਾਂ ਤਾਂ ਫਿਰ ਲੋਕ ਡਰਦੇ ਮਾਰੇ ਨਹੀਂ ਸੀ ਦੱਸਦੇ, ਪਰ ਜਦੋਂ ਦੱਸਣ ਲੱਗੇ ਫਿਰ ਮਾਮਲੇ ਇੰਨੇ ਆਏ ਨੇ ਕਿ ਉਹ ਮਾਮਲਿਆਂ ਨੂੰ ਵੀ ਗਿਣਤੀ ਹੀ ਨਹੀਂ ਹੋ ਰਹੀ ਉਹ ਮਾਮਲਿਆਂ ਦੀ। ਹੁਣ ਉਹਨਾਂ ਮਾਮਲਿਆਂ ਦਾ ਕੋਈ ਹੱਲ ਨਿਕਲ ਰਿਹਾ ਜਾਂ ਕੱਢਿਆ ਜਾਵੇਗਾ, ਤੁਹਾਨੂੰ ਕੀ ਲੱਗਦਾ ਇਸ ਚੀਜ਼ ਦਾ? ਨਹੀਂ, ਡੈਫੀਨਿਟਲੀ ਇਟ ਸ਼ੁੱਡ ਬੀ ਡਨ। ਸਰਕਾਰ ਹੁੰਦੀ ਹੈ ਪਬਲਿਕ ਵਾਸਤੇ। In a democracy, this is not a functioning democracy. ਇਹ ਕਰਦੇ ਨੇ ਇਲੈਕਸ਼ਨਾਂ, ਇਟਸ ਅ ਪ੍ਰੋ ਫਾਰਮਾ ਡੈਮੋਕ੍ਰੇਸੀ, ਜਿਹੜੇ ਬੰਦੇ ਨੇ ਬਾਦਸ਼ਾਹ ਬਣ ਜਾਂਦੇ ਨੇ। ਸੋ ਸਰ ਜੇ ਆਪਾਂ ਇੱਕ ਹੋਰ ਕੁਐਸਚਨ ਕਰ ਲਈਏ ਕਿ ਜਿਵੇਂ ਬਾਹਰ ਕੰਟਰੀਆਂ ਦੇ ਵਿੱਚ ਜਿਹੜੇ ਐਨਆਰਆਈਜ਼ ਹੁੰਦੇ ਨੇ ਉਹਨਾਂ ਦੇ ਨਾਲ ਕਈ ਵਾਰ ਰੱਬ ਨਾ ਕਰੇ ਹਾਦਸਾ ਵਾਪਰ ਜਾਂਦਾ ਆ, ਜਾਂ ਫਿਰ ਕਈਆਂ ਦੀ ਜਾਨ ਵੀ ਚਲੀ ਜਾਂਦੀ ਆ, ਅਤੇ ਉਹਨਾਂ ਦੀ ਜਿਹੜੀ ਡੈੱਡ ਬੋਡੀਜ਼ ਨੇ ਉਹ ਕਾਫੀ ਸਮੇਂ ਬਾਅਦ ਇੱਥੇ ਆਉਂਦੀਆਂ ਨੇਗੀਆਂ। ਉਸ ਦਿੱਕਤਾਂ ਨੂੰ ਲੈ ਕੇ ਕੀ ਵਿਚਾਰ ਨੇ ਤੁਹਾਡੇ? ਦੇਖੋ ਜੀ, ਇਨਸਾਨੀਅਤ ਦੇ ਮੁਤਾਬਕ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ, ਪਰ ਬਾਹਰ ਲੋਕਾਂ ਲਈ ਹੁੰਦੀਆਂ ਨੇ ਜ਼ਿਆਦਾ। ਕਾਨੂੰਨ ਚੱਲਦਾ,
ਰੂਲ ਆਫ ਲਾਅ ਹੈਗਾ। ਇੱਥੇ ਤੁਹਾਨੂੰ ਪਤਾ ਕੋਈ ਰੂਲ ਆਫ ਲਾਅ ਹੈ ਨਹੀਂ। ਹੁਣ ਜਿਹੜਾ ਆਪਾਂ ਕੀਤਾ ਹੈਗਾ ਸ਼ਰੇਆਮ ਕੋਰਟ ਆਰਡਰ ਦੇ ਉਲਟ ਚੱਲ ਰਹੇ ਨੇ, which will be a clear contempt। ਜਿਹੜਾ ਕਮਿਸ਼ਨਰ ਹੈਗਾ he is clearly in contempt and he will fall foul। ਹੁਣ ਇੱਥੇ I see it as a pro forma democracy। ਅਸਲੀਅਤ ਦੇ ਵਿੱਚ ਕੋਈ ਡੈਮੋਕ੍ਰੇਸੀ ਹੈ ਨਹੀਂ। ਲੋਕਾਂ ਦੀ ਸੁਣਵਾਈ ਹੁੰਦੀ ਆ, ਕਈ ਲੋਕ ਆਪਣੀਆਂ ਵੋਟਾਂ ਵੀ ਵੇਚ ਦਿੰਦੇ ਨੇ ਮੌਕੇ 'ਤੇ, ਉਹ ਆਪਣਾ ਸ਼ਾਰਟ ਟਰਮ ਫਾਇਦਾ ਲੈ ਕੇ, ਲੌਂਗ ਟਰਮ ਫਾਇਦਾ ਉਹ ਨਾ ਆਪ ਦਾ ਦੇਖਦੇ ਨੇ, ਨਾ ਉਹ ਅੱਗੇ ਜਨਰੇਸ਼ਨ ਦਾ ਦੇਖਦੇ ਨੇ। ਸੋ ਦਿਸ ਨੀਡਸ ਟੂ ਬੀ ਐਡਰੈਸਡ, ਦਿਸ ਹੈਜ਼ ਟੂ ਬੀ ਐਡਰੈਸਡ ਬਾਈ ਦ ਪੋਪੂਲੇਸ਼ਨ ਐਜ਼ ਵੈਲ। ਇਹ ਮੰਤਰੀ ਜੋ MLA ਜੋ ਵੀ ਹੈਗੇ ਨੇ ਸਿਆਸੀ, ਇਹਨਾਂ ਤੋਂ ਫਾਇਦਾ ਉਠਾਉਣਾ ਹੈਗਾ। ਹੁਣ ਇਹ ਪੋਜੀਸ਼ਨ ਆ ਜੇ ਤੁਸੀਂ ਵੋਟ ਪਾਓ ਜਾਂ ਨਾ ਪਾਓ, ਮੋਸਟਲੀ ਟੇਢੇ ਬੰਦੇ ਹੀ ਆਉਂਦੇ ਨੇ। ਜਿਹੜਾ ਸੱਚਾ ਬੰਦਾ ਉਹ ਅੱਗੇ ਆਉਂਦਾ ਨਹੀਂ, ਜੇ ਆਉਂਦਾ ਵੀ ਆ ਉਹਨੂੰ ਕੰਮ ਨਹੀਂ ਕਰਨ ਦਿੰਦੇ। ਠੀਕ ਹੈ ਜੀ। ਮਨਮੋਹਨ ਸਿੰਘ ਨੂੰ ਕਿੰਨਾ ਕੰਮ ਕਰਨ ਦਿੱਤਾ ਜੀ। ਉਹ ਮਨਮੋਹਨ ਸਿੰਘ ਸਾਊਥ ਦਿੱਲੀ ਕੰਸਟੀਚੁਐਂਸੀ ਜਿਹੜੀ ਸਭ ਤੋਂ ਲਿਟਰੇਟ ਐਂਡ ਕੰਸਟੀਚੁਐਂਸੀ ਮੰਨੀ ਜਾਂਦੀ ਆ ਇੰਡੀਆ ਦੀ, ਉਹਦੇ ਵਿੱਚ ਉਹਨੂੰ ਹਰਾਇਆ ਸੀਗਾ। ਹੁਣ ਕਹਿੰਦੇ ਨਹੀਂ ਉਹ PM ਹੀ ਬਹੁਤ ਵਧੀਆ ਸੀ। ਸੋ ਦੇਰ ਇਜ਼ ਅ ਸਿਸਟੈਮਿਕ ਫਾਲਟ ਇਨ ਦ ਸਿਸਟਮ ਵਿਚ ਨੀਡਸ ਟੂ ਬੀ ਐਡਰੈਸਡ। ਇਹ ਵੀ ਅੱਜ ਜਿਹੜੀ ਇਹ ਮੀਟਿੰਗ ਕਾਨਫਰੰਸ ਕਹਿ ਲਓ ਜਿਹੜੀ ਰੱਖੀ ਗਈ ਸੀ, ਉਸ ਦੇ ਵਿੱਚ ਅਜਿਹੇ ਕਿਹੜੇ ਮੇਨ ਮੁੱਦੇ ਸੀ ਜਿਸ ਨੂੰ ਲੈ ਕੇ ਅੱਜ ਇਹ ਮੀਟਿੰਗ ਕਰਨੀ ਪਈ? ਕਿਹੜੇ ਅਜਿਹੇ ਮੇਨ ਮੁੱਦੇ ਨੇ, ਉਹਨਾਂ ਬਾਰੇ ਥੋੜਾ ਵਿਸਥਾਰ ਨਾਲ ਦੱਸ ਸਕਦੇ ਹੋ ਸਰ? ਹਾਂਜੀ, ਮੇਨ ਮੁੱਦਾ ਤਾਂ ਸਿੰਪਲੀ ਇਹ ਹੈਗਾ that the administration is captive to the political system here। It does not function as per the rules। ਇਹ ਤਾਂ ਮਨ ਮਰਜ਼ੀ ਆ, ਜਿਹੜਾ ਮੌਕੇ ਤੇ ਉਹ ਕੀ ਆ MLA ਹੈਗਾ, ਮੰਤਰੀ ਹੈਗਾ, ਉਹਦੇ ਮੁਤਾਬਕ ਚੱਲਦੇ ਨੇ, ਇੱਕ ਦੂਜੇ ਦੀ ਮਦਦ ਕਰਦੇ ਨੇ ਵੀ ਤੁਸੀਂ ਮੇਰੇ 'ਚ ਨਾ ਕੀ ਆ ਕਰੋ, ਇੰਟਰਫੇਰੈਂਸ ਕਰੋ, ਮੈਂ ਤੁਹਾਡੇ 'ਚ ਨਹੀਂ ਕਰਦਾ। ਇਟ ਸੂਟਸ them। ਪਰ ਕੌਣ ਇਹਦੇ 'ਚ ਵਿਕਟਿਮ ਕੌਣ ਹੈਗਾ? ਦੈਟਸ ਦ ਜਨਰਲ ਪਬਲਿਕ ਹਿੰਡੀ ਹੋਈ ਆ। ਉਹਨਾਂ ਦੀ ਲੋਕ ਇਹਨਾਂ ਦਾ ਕੰਪੀਟੀਸ਼ਨ ਸਿਰਫ ਹੁੰਦਾ ਇਲੈਕਸ਼ਨ ਦੇ ਟਾਈਮ 'ਤੇ, ਉਹ ਤੋਂ ਬਾਅਦ ਮੁੜ ਕੇ ਰਲ ਜਾਂਦੇ ਨੇ। ਸੋ ਅਸੀਂ ਲੱਗਦੇ ਹਾਂ ਵੀ ਚੰਨੀ ਸਰਕਾਰ ਕਹਿ ਰਹੇ ਨੇ ਵੀ ਅਸੀਂ NRI ਦੀ ਕਰਾਂਗੇ ਮਦਦ, ਸੋ ਕਰਕੇ ਦਿਖਾਓ ਸਾਨੂੰ। ਤੇ ਸਰ ਜਿੱਦਾਂ ਇੱਕ ਗੱਲ ਹੋਰ ਹੈ ਕਿ ਤੁਹਾਨੂੰ ਲੱਗਦਾ ਕਿ ਆਪਣੀਆਂ ਪੰਜਾਬ ਦੀਆਂ ਸਰਕਾਰਾਂ ਨਾਲੋਂ ਬਾਹਰ ਦੀਆਂ ਸਰਕਾਰਾਂ ਕਿਤੇ ਜ਼ਿਆਦਾ ਬੈਟਰ ਨੇ ਅਜਿਹੇ ਮਾਮਲਿਆਂ ਨੂੰ ਲੈ ਕੇ ਜਿਹੜੇ ਅੱਜ ਦੇ ਸਮੇਂ ਵਿੱਚ ਵਾਪਰ ਰਹੇ ਨੇ? ਦੇਖੋ ਜੀ, ਇੱਕ ਮੈਂ ਤੁਹਾਨੂੰ ਲੈ ਜਾਣਾ ਪਿੱਛੇ ਆਪਾਂ 150 ਸਾਲ ਚਲੇ ਜਾਈਏ। ਲੈਟਸ ਗੋ ਬੈਕ ਟੂ 1857। 1857 ਇੱਥੇ ਰਿਬੈਲੀਅਨ ਹੋਇਆ ਸੀਗਾ ਅਗੇਂਸਟ ਦ ਬ੍ਰਿਟਿਸ਼ ਰਾਜ। ਹੁਣ ਉਹ ਤੋਂ 2 ਸਾਲ ਬਾਅਦ 1859 'ਚ ਪੁਲਿਸ ਐਕਟ ਪਾਸ ਕੀਤੀ ਗਈ ਹੈ ਜਿਹੜੀ ਅੱਜ ਤੱਕ ਲਾਗੂ ਆ, 1859 ਦੀ। ਕੋਇਨਸੀਡੈਂਟਲੀ ਉਹੀ ਸਾਲ 1859 'ਚ ਇੱਕ ਪੁਲਿਸ ਐਕਟ ਪਾਸ ਕੀਤੀ ਗਈ ਸੀਗੀ UK ਦੇ ਵਿੱਚ, ਜਿਹੜੇ ਰਾਜ ਕਰ ਰਹੇ ਸੀਗੇ ਇੱਥੇ। ਜੇ ਤੁਸੀਂ ਦੋਨਾਂ ਨੂੰ ਦੇਖੋ, ਉਹਨਾਂ ਦਾ ਜ਼ਮੀਨ ਸਮਾਨ ਦਾ ਫਰਕ ਆ। ਜਿਹੜੀ UK ਵਾਲੀ ਆ ਉਹ ਸੇਵਾ ਕਰਨ ਲਈ ਬਣੀ ਗਈ ਆ, ਉਹਦੇ ਸੇਫਗਾਰਡ ਕੀਤੇ ਗਏ ਨੇ, ਉਹਦੇ ਚੈੱਕਸ ਐਂਡ ਬੈਲੈਂਸਿਸ ਹੈਗੇ ਨੇ। ਜਿਹੜੀ ਇੰਡੀਆ ਵਾਲੀ ਹੈਗੀ ਆ ਉਹ ਰਾਜ ਕਰਵਾਉਣ ਲਈ ਕੀਤੀ ਗਈ ਆ, ਕੰਟਰੋਲ ਕਰਨ ਲਈ ਕੀਤੀ ਗਈ ਆ, ਵੀ ਜੋ ਹੁਕਮ ਆਊਗਾ ਉਹ ਇੰਪਲੀਮੈਂਟ ਕਰਨਾ। ਉਹ ਅੱਜ ਤੱਕ ਵੀ ਉਹ ਲਾਗੂ ਆ। ਹੁਣ ਤੁਸੀਂ ਇਹ ਦੇਖੋ, ਇੰਡੀਪੈਂਡੈਂਸ ਆਈ ਆ ਸਿਰਫ ਇਨ ਥਿਊਰੀ, ਮਤਲਬ ਤੁਹਾਡਾ ਸਿਰ ਬਦਲ ਗਿਆ, ਤੇ ਉਹ ਸਿਰ ਤੁਹਾਡਾ 5 ਸਾਲਾਂ ਬਾਅਦ ਫਿਰ ਬਦਲ ਜਾਂਦਾ, ਸਟੇਟ ਲੈਵਲ 'ਤੇ ਵੀ, ਨੈਸ਼ਨਲ ਲੈਵਲ 'ਤੇ ਵੀ। ਬਟ ਦ ਸਟਰਕਚਰ ਇਜ਼ ਦ ਸੇਮ, ਐਂਡ ਦੈਟ ਸਟਰਕਚਰ ਇਜ਼ ਦ ਸੇਮ ਫਰੋਮ ਕਲੋਨੀਅਲ ਟਾਈਮਸ। ਠੀਕ ਹੈ ਜੀ। ਹੁਕਮ ਮੰਨਣ ਵਾਲਾ ਆਪਾਂ ਕਹਿੰਦੇ ਹਾਂ ਸਾਹਿਬ। ਆਪਾਂ ਕਿਉਂ ਕਹਿੰਦੇ ਹਾਂ ਸਾਹਿਬ? ਜੀ ਕੋ ਇਨਸਾਨ ਹੋ ਵੀ ਹੈ, ਤੁਸੀਂ ਵੀ ਇਨਸਾਨ ਹੋ। ਸੋ ਮੈਂ ਐਗਜ਼ਾਮਪਲ ਦਿੰਦਾ, ਜਦੋਂ ਇੱਥੇ ਬ੍ਰਿਟਿਸ਼ ਸੀਗੇ, ਇਹ ਸੀਗਾ ਐਗਰੇਰੀਅਨ ਇਕੋਨਮੀ ਸੀਗੀ। ਠੀਕ ਹੈ ਜੀ। ਸਾਡੀ ਇੰਡਸਟਰੀਅਲ ਤਕਰੀਬਨ 1720 ਤੱਕ we had 20% of the world economy। ਉਦੋਂ ਜਦੋਂ ਇਹ ਗਏ ਨੇ, ਉਦੋਂ ਆਪਣੀ 2-3% 'ਤੇ ਰਹਿ ਗਈ ਸੀਗੀ। they de-industrialized the country through this administration, ਜਿਹੜੀ ਅੱਜ ਵੀ ਚੱਲਦੀ ਆ। ਉਹ ਕਿਵੇਂ ਪਤਾ ਲੱਗਦਾ? ਹੁਣ ਆਪਾਂ DC ਨੂੰ ਕੀ ਕਹਿੰਦੇ ਹਾਂ? ਡਿਸਟ੍ਰਿਕਟ ਕਲੈਕਟਰ ਕਹਿੰਦੇ ਹਾਂ ਉਹਨੂੰ। why is he the district collector? ਤੇ ਕੋਲ ਰੈਵਨਿਊ ਡਿਪਾਰਟਮੈਂਟ ਕਹਿੰਦੇ ਆ। ਕਿਉਂ ਰੈਵਨਿਊ? ਕਿਉਂਕਿ ਐਗਰੇਰੀਅਨ ਇਕੋਨਮੀ 'ਚੋਂ ਖੱਤੀ 'ਚ ਆਉਂਦੀ ਸੀਗੀ ਉਹ ਰੈਵਨਿਊ, ਉੱਥੋਂ ਟੈਕਸ ਆਉਂਦਾ ਸੀਗਾ। ਇੰਡਸਟਰੀ ਸੀ ਨਹੀਂ, ਇਹਨਾਂ ਨੇ ਡੀ-ਇੰਡਸਟਰੀਅਲਾਈਜ਼ ਕੀਤਾ ਸੀਗਾ। ਉਹ ਹਲੇ ਵੀ ਉਹੀ ਲਫ਼ਜ਼ ਹਲੇ ਤੱਕ ਵਰਤੀ ਜਾਂਦੇ ਨੇ, ਉਹੀ DC ਲੱਗੇ ਹੁੰਦੇ ਨੇ, ਉਹੀ ਉਹ ਕੀ ਸਾਰਾ ਸਟਰਕਚਰ ਢਾਂਚਾ ਉਹੀ ਆ। ਸੋ ਦੇ ਨੀਡ ਟੂ ਰੀਐਡਰੈਸ ਦ ਬੇਸਿਕ ਸਟਰਕਚਰ। ਜਿਹੜੀ ਪੋਲਿਟੀ ਹੈਗੀ ਆ ਉਹਨਾਂ ਦੇ ਹੱਕ 'ਚ ਆ ਵੀ ਸਟੇਟਸ ਕੋ ਚੱਲਦੇ ਰਹੇ। ਬੇਸਿਕਲੀ ਜਦੋਂ ਆਪਾਂ ਗੱਲ ਕਰਦੇ ਹਾਂ ਬਾਹਰ, ਆਪਾਂ ਗਵਰਨੈਂਸ ਦੀ ਗੱਲ ਕਰਦੇ ਹਾਂ ਵੀ ਗਵਰਨਮੈਂਟ ਕਿਹਦੀ ਆ। ਇੱਥੇ ਆਪਾਂ ਗੱਲ ਕਰਦੇ ਹਾਂ ਰਾਜ ਦੀ, ਵੀ ਰਾਜ ਕਿਹਦਾ ਆ ਰਿਹਾ। ਐਂਡ ਦਿਸ ਇਜ਼ ਵਾਈ, ਕਿਉਂਕਿ ਉਹਨਾਂ ਦਾ ਵਾਕਈ ਰਾਜ ਆ। ਕਹਿਣ ਨੂੰ ਡੈਮੋਕ੍ਰੇਸੀ ਆ, ਅਦਰਵਾਈਜ਼ ਇਟਸ ਅ ਫਿਊਡਲ ਸਿਸਟਮ, ਸੈਮੀ ਫਿਊਡਲ ਐਟ ਬੈਸਟ।
ਜਾਣੀ ਕਿ ਮਤਲਬ ਇਹ ਦੋਨਾਂ ਗੱਲਾਂ ਦੇ ਵਿੱਚ ਜੇ ਦੇਖਿਆ ਜਾਵੇ ਜ਼ਮੀਨ ਆਸਮਾਨ ਦਾ ਫਰਕ ਆ। ਇੱਕ ਰਾਜ ਹੁੰਦਾ ਤੇ ਇੱਕ ਸਰਕਾਰ ਹੁੰਦੀ ਆ, ਜਿਵੇਂ ਆਪਾਂ ਕਹਿੰਦੇ ਆਪਾਂ ਸਰਕਾਰ ਚੁਣੀਆਂ। ਤੇ ਹੁਣ ਜੇ ਇੱਕ ਗੱਲ, ਜਿਵੇਂ ਹੁਣ ਅੱਜ ਐਨਆਰਆਈਜ਼ ਨੂੰ ਉਮੀਦਾਂ ਸੀਗੀਆਂ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਏਗੀ ਇਸ ਦੇ ਵਿੱਚ ਹੱਲ ਹੋਵੇਗਾ, ਕਿ ਹੁਣ ਇਸ ਦਾ ਹੱਲ ਬਾਕੀ ਨਿਕਲ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ, ਅਸੀਂ ਉਮੀਦ ਰੱਖਦੇ ਹਾਂ। ਸਾਡੇ ਨਾਲ ਜੋ ਹੋਇਆ ਤੇ ਹੋ ਰਿਹਾ ਇਸ ਵੇਲੇ, ਉਹ ਅੱਜ ਭਾਵੇਂ ਅੱਜ ਮੁੜ ਕੇ ਆਏ ਹੋਏ ਹੁਣ ਅੱਜ JCB ਲੈ ਕੇ, ਸਾਡਾ ਟੂ-ਫੋਲਡ ਇੰਟਰਸਟ ਹੈਗਾ ਇੱਥੇ। ਵਨ, ਬੀਇੰਗ ਕੁਆਇਟ ਫਰੈਂਕ, ਇਟਸ ਮਾਈ ਪਰਸਨਲ ਇੰਟਰਸਟ ਵੀ ਸਾਡਾ ਇਹ ਹੋ ਰਿਹਾ, ਬਟ ਦੀ ਅਦਰ ਵਨ ਇਜ਼ ਦ ਜਨਰਲ ਇੰਟਰਸਟ ਆਫ ਆਲ NRIs ਵੀ ਉਹ ਕੀ ਆ ਇੱਥੇ ਇਨਵੈਸਟਮੈਂਟ। ਮੈਂ ਹੁਣ ਕਿਉਂ ਕਰੂੰਗਾ ਹੋਰ ਇਨਵੈਸਟਮੈਂਟ ਇੱਥੇ ਬਾਹਰੋਂ? ਉਹ ਕਿਉਂ ਕਰਨ? ਫੰਡਿੰਗ ਲਈ ਪੁੱਛ ਰਹੇ ਨੇ, 3 ਮਹੀਨੇ ਫੇਰ ਭੁੱਲ ਜਾਣਗੇ। ਇਹ ਜਿਹੜੀ ਪ੍ਰੋਮਿਸਿਸ ਨੇ ਇਹ 5 ਸਾਲ ਦੀਆਂ ਸਾਈਕਲਾਂ ਬਾਅਦ ਆਉਂਦੀਆਂ ਰਹਿੰਦੀਆਂ ਨੇ। ਬਾਕੀ ਅਸੀਂ NRI ਮਿਨਿਸਟਰ ਨੂੰ, ਪ੍ਰਗਟ ਸਿੰਘ ਨੂੰ ਮਿਲ ਕੇ ਆਏ ਹਾਂ ਇੱਥੇ ਪ੍ਰੈਸ ਕਾਨਫਰੰਸ ਤੋਂ ਪਹਿਲਾਂ। ਦੇਵ ਗਿਵਨ ਅਸ ਅਸ਼ੋਰੈਂਸਿਸ। ਚੰਨੀ ਸਾਹਿਬ ਦੇ ਬਿਆਨ ਨੇ ਔਨ ਰਿਕਾਰਡ, ਇਲੈਕਸ਼ਨਾਂ ਨੇੜੇ ਨੇ, ਸੋ ਸਾਨੂੰ ਉਮੀਦ ਆ ਦੈਟ ਦੇ ਵਿਲ ਟੇਕ ਐਕਸ਼ਨ ਔਨ ਦਿਸ ਐਂਡ ਸੈਟ ਐਨ ਐਗਜ਼ਾਮਪਲ, ਡੂ ਇਟ। ਐਕਸ਼ਨਸ ਕੀ ਬੋਲਣਗੇ ਨਾ, ਆਪਣੇ ਸਟੇਟਮੈਂਟਸ ਦੇ ਵਿੱਚ ਤਾਂ ਕੁਛ ਨਹੀਂ ਹੁੰਦਾ ਹੈਗਾ, ਕਰਕੇ ਦਿਖਾਓ। ਤੁਹਾਡੇ ਕੋਲ ਟਾਈਮ ਹਲੇ ਹੈਗਾ, ਹਲੇ ਤਾਂ ਇਲੈਕਸ਼ਨ ਕੋਡ ਨਹੀਂ ਲੱਗੀ। ਕੋਈ ਪ੍ਰਪੋਜ਼ਲਸ ਅੱਗੇ ਲੈ ਕੇ ਆਓ ਜਿਹਦੇ ਨਾਲ NRIs ਜੁੜਨ, ਕੋਈ ਡਰਾਫਟ ਲੈਜਿਸਲੇਸ਼ਨ ਲੈ ਕੇ ਆਓ। ਤੇ ਤੁਸੀਂ CM ਚੰਨੀ ਜੀ ਦੀ ਗੱਲਬਾਤ ਕੀਤੀ ਆ ਕਿ ਤੁਹਾਨੂੰ ਲੱਗਦਾ ਕਿ ਜਿਵੇਂ ਉਹ ਕਾਫੀ ਐਲਾਨ ਕਰ ਰਹੇ ਨੇ, ਕਈ ਚੀਜ਼ਾਂ ਨੂੰ ਲੈ ਕੇ ਐਲਾਨ ਕਰ ਰਹੇ ਨੇ, ਕਿ ਅੱਜ ਤੁਹਾਨੂੰ ਵੀ ਇੱਕ ਬਿਆਨ ਦਿੱਤਾ ਕਿ ਉਹ ਆਪਣੇ ਬਿਆਨਾਂ ਦੇ ਉੱਤੇ, ਆਪਣੇ ਦੇ ਰਹੇ ਜਿਹੜੇ ਉਹ ਐਲਾਨ ਕਰ ਰਹੇ ਨੇ, ਉਹਨਾਂ ਦੇ ਉੱਤੇ ਖਰੇ ਉਤਰ ਜਾਣਗੇ ਆਉਣ ਵਾਲੇ ਸਮੇਂ ਦੇ ਵਿੱਚ? ਸਾਨੂੰ ਉਮੀਦ ਹੈਗੀ ਆ ਵੀ ਉਹ ਕਰਨਗੇ। ਸਾਨੂੰ NRI ਅਫੇਅਰਸ ਮਿਨਿਸਟਰ ਪ੍ਰਗਟ ਸਿੰਘ ਨੇ ਵੀ ਅੱਜ ਕੀ ਅਸ਼ੋਰੈਂਸਿਸ ਦਿੱਤੇ ਨੇ। ਸੋ 1-2 ਦਿਨਾਂ ਦੇ ਵਿੱਚ ਸਾਨੂੰ ਉਮੀਦ ਹੈਗੀ ਹੈ ਵੀ ਇਹ ਹੱਲ ਹੋ ਜਾਊਗਾ। ਪਰ ਦੈਟਸ ਆਰ ਪਰਸਨਲ ਮੈਟਰ। ਪਰ ਵਾਈਡਰ ਇਸ਼ੂ ਇਜ਼ ਫॉर NRIs ਇਨ ਜਨਰਲ। ਕੱਲ੍ਹ ਨੂੰ ਹੋਰ ਕਈਆਂ ਹੋਰਾਂ ਨਾਲ ਹੋ ਰਿਹਾ, ਇਹ ਤਾਂ ਪੀਸਮੀਲ ਥੋੜ੍ਹਾ ਹੋਊਗਾ ਵੀ ਇਹਦਾ ਕਰਤਾ ਉਹਦਾ ਨਹੀਂ ਕੀਤਾ। ਵੀ ਜਨਰਲ ਤੌਰ 'ਤੇ ਵੀ ਤੁਸੀਂ ਕੀ ਐਕਸ਼ਨ ਲੈ ਰਹੇ ਹੋ, ਕੀ ਸੇਫਗਾਰਡਸ ਲੈ ਰਹੇ ਹੋ, ਕੀ ਲੈਜਿਸਲੇਸ਼ਨ ਸੋਚ ਰਹੇ ਹੋ, ਜਿਹੜੇ ਉਹ ਕੀ ਆ ਲੋਕਾਂ ਨੂੰ ਕੌਨਫੀਡੈਂਸ ਮਿਲੇ ਵੀ ਹਾਂਜੀ ਸਾਡੀ ਸਰਕਾਰ ਸਾਡੀ ਮਦਦ ਕਰੂਗੀ। ਸੋ ਇਹ ਸਨ ਦਿਲਪ੍ਰੀਤ ਜੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਪਰਸਨਲ ਤੌਰ 'ਤੇ ਜੋ ਮੁਸ਼ਕਿਲਾਂ ਨੇ ਉਹਨਾਂ ਦਾ ਹੱਲ ਕਢਵਾਵਾਂਗੇ, ਅਤੇ NRIs ਜਿੰਨੇ ਵੀ ਨੇ, ਜਿੰਨੀਆਂ ਵੀ ਦਿੱਕਤ ਆ ਰਹੀਆਂ ਨੇ, ਸਾਰੀਆਂ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਮਿਲ ਕੇ ਅਸੀਂ ਇਹਨਾਂ ਦਾ ਹੱਲ ਕਰਾਂਗੇ। ਸੋ ਤੁਸੀਂ ਸੁਣੇ ਨੇ ਉਹਨਾਂ ਦੇ ਵਿਚਾਰ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਤਦ ਤੱਕ ਦੇਖਦੇ ਰਹੋ The Story TV। ਧੰਨਵਾਦ।